1.5 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਹੋ ਚੱਲਿਆ ਸਿੱਧੂ ਮੂਸੇਵਾਲੇ ਦੇ ਕਤਲ ਨੂੰ। ਉਹਦੇ ਵਿੱਚ ਨਿਤ ਨਵੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜੀ। ਤੇ ਹੁਣ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਬਿਸ਼ਨੋਈ ਦੋਵਾਂ ਨੂੰ ਆਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ, ਕਿਉਂਕਿ ਪਹਿਲਾਂ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦਾ ਨਾਮ ਜੁੜਿਆ ਸੀ, ਕਿਉਂਕਿ ਦੋਵਾਂ ਨੇ ਇਸ ਕਤਲकांड ਦੀ ਜ਼ਿੰਮੇਵਾਰੀ ਲਈ ਸੀ ਔਰ ਕਤਲ ਵਾਲੇ ਦਿਨ ਕੁਝ ਸਮੇਂ ਬਾਅਦ ਹੀ ਲਈ ਸੀ। ਔਰ ਉਹਦੇ ਵਿੱਚ ਜ਼ਿਕਰ ਕੀਤਾ ਗਿਆ ਸੀ ਕਿ ਅਸੀਂ ਆਪਣੇ ਭਰਾ ਵਿੱਕੀ ਮਿੱਡੂ ਖੇੜੇ ਦੇ ਕਤਲ ਦਾ ਬਦਲਾ ਲਿਆ। ਹੌਲੀ ਹੌਲੀ ਬਹੁਤ ਸਾਰੀਆਂ ਗ੍ਰਿਫਤਾਰੀਆਂ ਹੋਈਆਂ। ਪੰਜਾਬ ਦੇ ਇੱਕ ਅਕਾਲੀ ਸਾਬਕਾ ਮੰਤਰੀ ਨੇ, ਉਹ ਸਪੀਕਰ ਵੀ ਰਹੇ ਆ ਪੰਜਾਬ ਦੇ, ਉਹਨਾਂ ਦੇ ਭਤੀਜੇ ਸੰਦੀਪ ਕਾਹਲੋਂ ਦੀ ਗ੍ਰਿਫਤਾਰੀ ਤੋਂ ਬਾਅਦ ਪਰਤਾਂ ਖੁੱਲੀਆਂ ਕਿ ਇਹ ਤਾਂ ਜੱਗੂ ਭਗਵਾਨਪੁਰੀ ਦੇ ਨਾਲ ਲਿੰਕਡ ਹੈ। ਫਿਰ ਉਹਦੇ ਘਰ ਛਾਪੇਮਾਰੀ ਕੀਤੀ ਗਈ, ਕੁਝ ਅਸਲਾ ਬਰਾਮਦ ਹੋਇਆ। ਉਹ ਕਹਿੰਦਾ ਮੇਰਾ ਨਹੀਂ ਜੀ। ਉਹ ਕਹਿੰਦੇ ਫਿਰ ਹੈ ਕਿਹਦਾ? ਖਬਰ ਦਿੱਤੀ ਗਈ ਕਿ ਰਣਜੀਤ ਸਿੰਘ ਨਾਂ ਦਾ ਕੋਈ ਬੰਦਾ ਸੀ ਜੀ। ਉਹ ਰਣਜੀਤ ਜੱਗੂ ਭਗਵਾਨਪੁਰੀ ਦਾ ਬੰਦਾ ਹੈ ਤੇ ਜੱਗੂ ਭਗਵਾਨਪੁਰੀ ਹੈ ਜਿਹੜਾ, ਉਹ ਉੱਥੇ ਹਥਿਆਰ ਰਖਵਾਉਂਦਾ ਹੁੰਦਾ ਸੀ ਜੀ। ਉਸ ਮਸਲੇ ਦੇ ਵਿੱਚ ਜਦੋਂ ਪੁੱਛਗਿੱਛ ਹੋਈ ਹੈ ਤੇ ਬਹੁਤ ਸਾਰੇ ਰਾਜ ਨਵੇਂ ਨਿਕਲ ਕੇ ਸਾਹਮਣੇ ਆਏ ਆ। ਹੁਣ ਪੰਜਾਬ ਪੁਲਿਸ ਨੇ ਤੇ ਦਿੱਲੀ ਪੁਲਿਸ ਨੇ ਜਿੰਨੀ ਹੁਣ ਤੱਕ ਦੀ ਜਾਂਚ ਕੀਤੀ ਹੈ, ਪਹਿਲੀ ਗੱਲ ਤਾਂ ਇਹ ਕਿ ਜਿਹੜੇ ਮੂਸੇਵਾਲੇ ਦੇ ਕਤਲकांड ਦੇ ਵਿੱਚ ਵਰਤੇ ਗਏ ਹਥਿਆਰ ਨੇ ਹਾਲੇ ਤੱਕ ਬਰਾਮਦ ਨਹੀਂ ਹੋ ਸਕੇ। ਇਹ ਗੱਲ ਸਿੱਧੀ ਤੇ ਸਪਸ਼ਟ ਹੈ, ਜੇਕਰ ਉਹ ਹਥਿਆਰ ਬਰਾਮਦ ਨਹੀਂ ਹੁੰਦੇ ਤਾਂ ਭਾਵੇਂ ਕੋਈ ਵੀ ਕਾਤਲ ਗ੍ਰਿਫਤਾਰ ਕਰ ਲਿਆ, ਅਦਾਲਤ ਦੇ ਵਿੱਚ ਸਾਬਤ ਕਰਨਾ ਬਹੁਤ ਔਖਾ ਹੋ ਜਾਊਗਾ। ਉਹਨਾਂ ਦਾ ਬਰਾਮਦ ਕੀਤੇ ਜਾਣਾ ਅਤ ਜ਼ਰੂਰੀ ਹੈ। ਪਰ ਦੂਸਰੇ ਪਾਸੇ ਹੁਣ ਕਹਿੰਦੇ ਆ ਕਿ 400 ਪੁਲਿਸ ਕਰਮਚਾਰੀ ਤਾਂ ਦਿੱਲੀ ਪੁਲਿਸ ਦਾ ਹੈ, ਤਕਰੀਬਨ ਇੰਨੀ ਕੁ ਗਿਣਤੀ ਪੰਜਾਬ ਪੁਲਿਸ ਦੀ ਹੈ ਜਿਹੜੀ ਇਸ ਕੇਸ ਨੂੰ ਆਪਣੀ ਮੁੱਛ ਦਾ ਸਵਾਲ ਬਣਾਈ ਫਿਰਦੀ ਹੈ ਤੇ ਲੱਗੀ ਹੋਈ ਹੈ। ਕਦੇ ਉਹ ਮੋਬਾਈਲ ਡਾਟੇ ਲੱਭ ਰਹੀ ਹੈ, ਉਹ ਕੱਢ ਰਹੀ ਹੈ ਕਿ ਕਿਹੜਾ ਉਸ ਵਕਤ ਉਸ ਲੋਕੇਸ਼ਨ ਦੇ ਨੇੜੇ ਚੱਲ ਰਿਹਾ ਸੀ। ਕਦੇ ਉਹ ਦੇਖ ਰਹੇ ਨੇ ਕਿ ਇੰਟਰਨੈਟ ਦੇ ਜ਼ਰੀਏ ਕਿਹਨੇ ਕਿੱਥੋਂ ਕਦੋਂ ਤਾਰਾਂ ਜੋੜੀਆਂ। ਕਦੇ ਉਹ CCTV ਫੁਟੇਜ ਦੀਆਂ ਆਲੇ ਦੁਆਲੇ ਜਿੱਥੋਂ ਕਿਤੋਂ ਵੀ ਰੀਲ ਮਿਲਦੀ ਹੈ ਉਹਨਾਂ ਨੂੰ ਉਹ ਲੱਭ ਰਹੇ ਨੇ ਕਿ ਕੌਣ ਆਇਆ, ਕਿੱਥੇ ਗਿਆ। ਬਹੁਤ ਸਾਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ, ਪਰ ਹਾਲੇ ਵੀ ਇਸ ਕਤਲ ਕੇਸ ਦੇ ਵਿੱਚ 3 ਸ਼ਾਰਪ ਸ਼ੂਟਰ ਪੁਲਿਸ ਦੇ ਹੱਥ ਨਹੀਂ ਆ ਸਕੇ, ਨਾ ਦਿੱਲੀ ਦੇ ਨਾ ਪੰਜਾਬ ਦੇ। ਪਰ ਲਾਰੈਂਸ ਬਿਸ਼ਨੋਈ ਤੋਂ ਜਿਹੜੀ ਹੁਣ ਲੇਟੈਸਟ ਪੁੱਛਗਿੱਛ ਕੀਤੀ ਗਈ ਹੈ, ਉਹਦੇ ਵਿੱਚ ਉਹਨੇ ਕਈ ਨਵੇਂ ਭੇਤ ਖੋਲ ਦਿੱਤੇ। ਪਹਿਲੀ ਗੱਲ ਤਾਂ ਉਹ ਕਹਿੰਦਾ ਕਿ ਇਹ ਅਸਲ ਦੇ ਵਿੱਚ ਅਸੀਂ ਆਪਣੇ ਭਰਾ ਦੇ ਮੌਤ ਦਾ ਬਦਲਾ ਲਿਆ, ਪਰ ਦਿੱਲੀ ਪੁਲਿਸ ਕਹਿੰਦੀ ਜਿਹੜੀ ਅਸੀਂ ਹੁਣ ਤੱਕ ਜਿੰਨਿਆਂ ਬੰਦਿਆਂ ਤੋਂ ਜਾਂਚ ਕੀਤੀ ਹੈ, ਸਿੱਧੂ ਮੂਸੇਵਾਲੇ ਦਾ ਕਤਲ 2 ਗੈਂਗਾਂ ਦੀ ਆਪਸੀ ਗਹਿ ਗੱਚ ਲੜਾਈ ਦੇ ਵਿੱਚ ਹੋ ਗਿਆ। ਉਹਨੇ ਨਾਲ ਫਿਰ ਦੱਸਿਆ ਵੀ ਹੋਇਆ ਕਿਵੇਂ। ਉਹ ਕਹਿੰਦੇ ਪਹਿਲਾਂ ਦਰਅਸਲ ਗੋਲਡੀ ਬਰਾੜ ਦਾ ਭਰਾ ਸੀ, ਜਿਸ ਦਾ ਉਹਨੇ ਫਿਰ ਆਪਣੇ ਭਰਾ ਦਾ ਗੋਲਡੀ ਨੇ ਬਦਲਾ ਲਿਆ, ਗੁਰਲਾਲ ਬਰਾੜ। ਉਹਦਾ ਕਤਲ ਕਰ ਦਿੱਤਾ ਜਾਂਦਾ ਹੈ 11 ਅਕਤੂਬਰ ਤੇ 2020 ਨੂੰ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਦੇ ਵਿੱਚ। ਫਿਰ ਉਹ ਕਹਿੰਦਾ ਯਾਰ ਮੇਰੇ ਭਰਾ ਦਾ ਕਤਲ ਹੋ ਗਿਆ, ਇਹਦਾ ਤਾਂ ਮੈਂ ਬਦਲਾ ਲੈਣਾ ਹੈ। ਚਾਚੇ ਤਾਏ ਦੇ ਪੁੱਤ ਭਰਾ ਸੀ। ਉਹ ਲਾਰੈਂਸ ਬਿਸ਼ਨੋਈ ਦੇ ਨਾਲ ਤਾਰਾਂ ਜੋੜਦਾ ਹੈ ਕਿ ਮੈਂ ਆਪਣੇ ਭਰਾ ਗੁਰਲਾਲ ਬਰਾੜ ਦੇ ਕਤਲ ਦਾ ਬਦਲਾ ਲੈਣਾ ਹੈ। ਉਹ ਫਿਰ ਕਤਲ ਦਾ ਬਦਲਾ ਲੈਂਦੇ ਨੇ। ਜਿਹੜਾ ਇਹ ਕਤਲ ਕੀਤਾ ਸੀ ਉਹਨਾਂ ਨੂੰ ਇਹ ਲੱਗਦਾ ਕਿ ਜਿਹੜਾ ਬੰਬੀਹਾ ਗਰੁੱਪ ਦਾ ਲੱਕੀ ਪਟਿਆਲ ਹੈ ਤੇ ਨਾਲ ਉਹਦੇ ਭੂਪੀ ਰਾਣਾ ਹੈ, ਇਹਨਾਂ ਨੇ ਉਹ ਕਤਲ ਕੀਤਾ ਜਾਂ ਕਰਵਾਇਆ। ਗੋਲਡੀ ਆਪਣੇ ਭਰਾ ਦਾ ਬਦਲਾ ਲੈਂਦਾ, ਫਿਰ ਫਰੀਦਕੋਟ ਦੇ ਵਿੱਚ ਗੁਰਲਾਲ ਭਲਵਾਨ ਦਾ ਕਤਲ ਕਰਵਾਉਂਦਾ ਹੈ। ਉਹ 18 ਫਰਵਰੀ ਤੇ 2021 ਨੂੰ ਕਤਲ ਹੁੰਦਾ। ਜਦੋਂ ਉਹ ਕਤਲ ਹੋ ਜਾਂਦਾ ਹੈ, ਉਹਦੇ ਤੋਂ ਬਾਅਦ ਫਿਰ ਉਹ ਸੋਚਦੇ ਦੂਸਰੇ ਕਿ ਸਾਡੇ ਬੰਦੇ ਦਾ ਕਤਲ ਕਰ ਦਿੱਤਾ। ਉਹ ਕਤਲ ਕਰਦੇ ਆ ਫਿਰ 7 ਅਗਸਤ ਤੇ 2021 ਨੂੰ ਵਿੱਕੀ ਮਿੱਡੂ ਖੇੜਾ ਦਾ। ਤੁਸੀਂ ਦੇਖੋ ਕਿ ਕਰਦਾ ਕੋਈ ਤੇ ਭਰਦਾ ਕੋਈ। ਫਿਰ ਵਿੱਕੀ ਮਿੱਡੂ ਖੇੜਾ ਦੀ ਕਤਲ ਤੋਂ ਬਾਅਦ ਤਾਂ ਕਹਿੰਦੇ ਅਸੀਂ ਸੋਚ ਲਿਆ ਕਿ ਹੁਣ ਤਾਂ ਜੋ ਮਰਜ਼ੀ ਹੋ ਜੇ, ਅਸੀਂ ਸਿੱਧੂ ਮੂਸੇਵਾਲਾ ਨਹੀਂ ਛੱਡਣਾ। ਦੇਖੋ ਬੰਬੀਹਾ ਗਰੁੱਪ ਦਾ ਲੱਕੀ ਪਟਿਆਲ ਕੌਣ ਹੈ, ਉਧਰ ਭੂਪੀ ਰਾਣਾ ਕੌਣ ਹੈ, ਗੁਰਲਾਲ ਬਰਾੜ ਕੌਣ, ਭਲਵਾਨ ਕੌਣ, ਵਿੱਕੀ ਮਿੱਡੂ ਖੇੜਾ ਕੌਣ ਤੇ ਸਿੱਧੂ ਮੂਸੇਵਾਲਾ ਕੌਣ। ਪਰ ਜਿਹੜੀ ਉਹ ਜਾਂਚ ਦੇ ਰਹੇ ਨੇ, ਦੱਸ ਰਹੇ ਨੇ, ਪੜਤਾਲ ਕੀਤੀ ਆ, ਉਹਦੇ ਵਿੱਚ ਇਹ ਗੱਲ ਦੱਸੀ ਕਿ ਘੱਟੋ ਘੱਟ 60 ਗੈਂਗਸਟਰ ਸੀ ਜਿਹੜੇ ਇਸ ਕੰਮ ਤੇ ਅਗਸਤ 2021 ਦੇ ਲਾਏ ਹੋਏ ਸੀ। ਪਰ ਫਿਰ ਤੁਹਾਨੂੰ ਯਾਦ ਹੋਣਾ ਆਪਾਂ ਬੀਤੇ ਸਮੇਂ 'ਚ ਖਬਰਾਂ ਦਿੱਤੀਆਂ ਸੀ ਕਿ ਸ਼ਾਹਰੁਖ ਨਾਂ ਦਾ ਇੱਕ ਵਿਅਕਤੀ, ਉਹ ਬੰਦਾ ਜਿਹੜਾ ਜਨਵਰੀ ਮਹੀਨੇ ਪਿੰਡ ਮੂਸਾ ਦੀ ਰੇਕੀ ਕਰਨ ਵਾਸਤੇ ਆਇਆ ਸੀ, ਉਹ ਗ੍ਰਿਫਤਾਰ ਕਰ ਲਿਆ ਸੀ 25 ਅਪ੍ਰੈਲ ਤੇ 2022 ਨੂੰ। ਉਹਨੇ ਫਿਰ ਦੱਸਿਆ ਸੀ ਕਿ ਮੈਂ ਗਿਆ ਸੀ, ਜਦ ਉੱਥੇ ਮੈਂ AK-47 ਵਾਲੇ ਕੁਝ ਕਮਾਂਡੋ ਦੇਖੇ, ਮੈਂ ਆ ਕੇ ਕਿਹਾ ਨਾ ਬਈ ਮੂਸੇਵਾਲਾ ਤਾਂ ਨਹੀਂ ਮਰਨਾ, ਤੁਸੀਂ ਤਾਂ ਪਿਸਤੌਲੀ ਜੀ ਦਿੱਤੀ ਹੈ। ਉਹਨਾਂ ਕੋਲ ਆਧੁਨਿਕ ਹਥਿਆਰ ਨੇ, ਮੈਨੂੰ ਜਾਂ ਤਾਂ ਉਸੇ ਤਰ੍ਹਾਂ ਦੇ ਹਥਿਆਰ ਦਿੱਤੇ ਜਾਣ।
ਫਿਰ ਕਹਿੰਦੇ ਗੋਲਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਹਲੇ ਉਹ ਹਥਿਆਰਾਂ ਦਾ ਇੰਤਜ਼ਾਮ ਕਰ ਰਹੇ ਸੀ ਤੇ ਉਧਰ ਸ਼ਾਰਕ ਪੁਲਿਸ ਦੇ ਹੱਥ ਆ ਗਿਆ। ਪਰ ਇਹ ਹੁਣ ਪਤਾ ਲੱਗਿਆ ਕਿ ਉਹ ਆਪ ਨਹੀਂ ਸੀ ਗਿਆ, ਸ਼ਾਰਕ ਸਿੱਧਾ ਇਹਨਾਂ ਨੇ ਹਾਇਰ ਨਹੀਂ ਸੀ ਕੀਤਾ, ਇੱਕ ਹਾਸ਼ਮ ਬਾਬਾ ਨਾਂ ਦਾ ਗੈਂਗਸਟਰ ਹੈ। ਅਸਲ ਦੇ ਵਿੱਚ ਹਾਸ਼ਮ ਬਾਬੇ ਦਾ ਨਾਮ ਹੈ, ਅਸਲ ਦੇ ਵਿੱਚ ਹਾਸ਼ਮ। ਉਹ ਕਹਿੰਦੇ ਜਿਹੜੇ ਡੌਨ ਆਪਣੇ ਆਪ ਨੂੰ ਬਹੁਤ ਵੱਡੇ ਕਹਾਉਂਦੇ ਨੇ, ਦਾਊਦ ਇਬਰਾਹਿਮ ਹੋਣੀ, ਉਹਨਾਂ ਤੋਂ ਬੜਾ ਪ੍ਰਭਾਵਿਤ ਸੀ ਕਿ ਮੇਰੇ ਵੀ ਨਾਂ ਦਾ ਸਿੱਕਾ ਚੱਲੇ। ਫਿਰ ਉਹ ਦਿੱਲੀ ਦਾ ਇੱਕ ਬਹੁਤ ਵੱਡਾ ਗੈਂਗ ਸੀ, ਉਹਦੇ ਵਿੱਚ ਸ਼ਾਮਲ ਹੁੰਦਾ ਹੈ। ਸ਼ਾਮਲ ਹੋਣ ਤੋਂ ਬਾਅਦ ਧਮਕੀਆਂ ਦੇਣੀਆਂ ਸ਼ੁਰੂ ਕਰਦਾ ਹੈ, ਜਿਵੇਂ ਬੱਚੇ ਨੂੰ ਆਪਾਂ ਇੱਕ ਇੱਕ ਡਿੰਗ ਇੱਕ ਇੱਕ ਕਦਮ ਸਿਖਾਉਂਦੇ ਆ। ਫਰੌਤੀਆਂ ਤੋਂ ਲੱਗਦਾ ਲੋਕ ਤਾਂ ਡਰਦੇ ਆ, ਫਿਰ ਉਹ ਉਹਨਾਂ ਤੋਂ ਧਮਕਾਉਣ ਲੱਗਦਾ ਹੈ। ਫਿਰ ਜਿਹੜਾ ਫਰੌਤੀ ਨਹੀਂ ਦਿੰਦਾ ਉਹਨਾਂ ਤੋਂ ਗੋਲੀਆਂ ਚਲਾਉਣ ਲੱਗਦਾ, ਹੌਸਲਾ ਵੱਧਦਾ ਗਿਆ। ਉਹਨਾਂ ਦਿਨਾਂ ਦੇ ਵਿੱਚ ਹੀ ਕੀ ਹੁੰਦਾ, ਜਿਸ ਗੈਂਗ ਦੇ ਨਾਲ ਜੁੜਿਆ ਸੀ ਉਹ ਗੈਂਗ ਦਾ ਮੁੱਖ ਸਰਗਣਾ ਪੁਲਿਸ ਦੇ ਹੱਥ ਆ ਜਾਂਦਾ ਤੇ ਉਹਨੂੰ ਜੇਲ੍ਹ ਜਾਣਾ ਪੈ ਗਿਆ। ਬਾਅਦ ਦੇ ਵਿੱਚ ਗੈਂਗਸਟਰ ਉਹ ਛੋਟਾ ਸੀ ਪਰ ਉਸ ਗੈਂਗ ਤੇ ਜਿਵੇਂ ਕਹਿੰਦੇ ਚਾਦਰ ਪਾ ਲੈਂਦਾ, ਕਾਬੂ ਕਰ ਲੈਂਦਾ ਸਾਰਾ। ਤੇ ਉਸ ਹਾਸ਼ਮ ਬਾਬਾ ਨੂੰ ਦਰਅਸਲ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਦੀ ਸੁਪਾਰੀ ਦਿੱਤੀ ਸੀ। ਉਹਨੇ ਫਿਰ ਉਹ ਜਿਹੜਾ ਸ਼ਾਰਕ ਗਿਆ ਸੀ, ਕੁਝ ਹੋਰ ਸ਼ਾਰਪ ਸ਼ੂਟਰ ਭੇਜੇ ਕਿ ਸਿੱਧੂ ਮੂਸੇਵਾਲੇ ਦਾ ਕੰਮ ਤਮਾਮ ਕਰਕੇ ਆਓ। ਪਰ ਜਦੋਂ ਉਹ ਵਾਪਸ ਪਰਤਦੇ ਆ, ਇੰਨੇ ਨੂੰ ਇਨਵਿਟ ਨੂੰ ਸ਼ਾਹਰੁਖ ਤਾਂ ਗ੍ਰਿਫਤਾਰ ਹੋ ਜਾਂਦਾ। ਫਿਰ ਹੁਣ ਲਾਰੈਂਸ ਬਿਸ਼ਨੋਈ ਨੇ ਇਸ ਗੱਲ ਦਾ ਖੁਲਾਸਾ ਕੀਤਾ। ਉਹ ਕਹਿੰਦਾ ਜੇ ਤੁਸੀਂ ਹੁਣ ਮਹਿਸੂਸ ਕਰਦੇ ਹੋ ਨਾ ਕਿ ਅਸੀਂ ਕਿਸੇ ਤੀਸਰੇ ਬੰਦੇ ਨੂੰ ਇਹਦੀ ਸੁਪਾਰੀ ਦੇ ਕੇ ਕਤਲ ਕਰਵਾਇਆ, ਬਿਲਕੁਲ ਨਹੀਂ। ਸਾਡੀ ਮੁੱਛ ਦਾ ਸਵਾਲ ਬਣ ਗਿਆ ਸੀ, ਸਾਡੇ ਭਰਾ ਦਾ ਕਤਲ ਕੀਤਾ ਸੀ ਤੇ ਉਸ ਕਤਲ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਖਾਸ ਮਖਾਸ ਸ਼ਗਨਦੀਪ, ਜਿਸ ਦਾ ਜ਼ਿਕਰ ਅਕਸਰ ਹੁੰਦਾ ਤੇ ਜਿਹੜਾ ਆਸਟ੍ਰੇਲੀਆ ਦੇ ਵਿੱਚ ਬੈਠਾ, ਜਿਹੜੇ ਨੇ ਬੀਤੇ ਦਿਨੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨਾਂ ਵੀ ਦਾਇਰ ਕੀਤੀਆਂ ਸੀ ਕਿ ਮੈਂ ਆਉਣਾ ਚਾਹੁੰਦਾ ਪਰ ਮੇਰੀ ਸੁਰੱਖਿਆ ਪਹਿਲਾਂ ਪੁਖਤਾ ਕੀਤੀ ਜਾਵੇ। ਹਾਈ ਕੋਰਟ ਨੇ ਪਟੀਸ਼ਨਾਂ ਰੱਦ ਕਰ ਦਿੱਤੀਆਂ ਸੀ ਕਿ ਭਾਈ ਜਿੰਨੀ ਦੇਰ ਤੂੰ ਆਉਂਦਾ ਹੀ ਨਹੀਂ, ਤੈਨੂੰ ਕਿਹੜੀ ਸੁਰੱਖਿਆ ਦੇ ਦਈਏ, ਇੱਥੇ ਤੈਨੂੰ ਆਉਣਾ ਪਏਗਾ। ਉਹਦੇ ਉੱਤੇ ਦੋਸ਼ ਇਹ ਲੱਗਦੇ ਆ ਕਿ ਪੈਸਾ ਧੇਲਾ ਵੀ ਦਿੱਤਾ ਤੇ ਜਿਹਨੇ ਵਿੱਕੀ ਮੀਡੂ ਖਿੜ ਦਾ ਕਤਲ ਕੀਤਾ ਉਹਨਾਂ ਨੂੰ ਪਨਾਹ ਵੀ ਦਿੱਤੀ। ਹੁਣ ਗੱਲ ਇੱਥੇ ਆ ਕੇ ਖੜ ਗਈ ਕਿ ਅਸਲ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਕਤਲ ਦੋ ਗਰੁੱਪਾਂ, ਦੋ ਗੈਂਗਸਟਰਾਂ ਦੀ ਖਹਿਬਾਜ਼ੀ ਦਾ ਨਤੀਜਾ ਨਿਕਲਿਆ। ਤੇ ਨਾਲ ਜਿਹੜੀ ਗੱਲ ਦਾ ਆਪਾਂ ਬੀਤੇ ਦਿਨੀ ਜ਼ਿਕਰ ਕੀਤਾ ਸੀ ਕਿ ਉਹਨੇ ਤਾਂ ਇੱਕ ਲੋਕ ਬੋਲੀ ਨੂੰ ਆਧਾਰ ਬਣਾ ਕੇ ਬੰਬੀਹਾ ਬੋਲੇਗਾ, ਤਾਂ ਉਹ ਕਹਿੰਦੇ ਸਾਡੇ ਤਾਂ ਮੂੰਹ ਤੇ ਕਰਾਰੀਆਂ ਚਪੇੜਾਂ ਮਾਰਦਾ ਸੀ ਗੀਤਾਂ ਰਾਹੀਂ। ਇਹਨੂੰ ਕਹਿੰਦੇ ਬੜੀ ਵਾਰੀ ਸਮਝਾਇਆ। ਫਿਰ ਰਿੰਦਾ ਨਾਂ ਦਾ ਇੱਕ ਵਿਅਕਤੀ ਹੈ, ਪਾਕਿਸਤਾਨ ਦੇ ਵਿੱਚ ਬੈਠਾ। ਗੋਲਡੀ ਬਰਾੜ ਕਹਿੰਦਾ ਅਸੀਂ ਪਹਿਲਾਂ ਵੀ ਇਹਦਾ ਕੰਮ ਤਮਾਮ ਕਰਨ ਲੱਗੇ ਸੀ, ਪਰ ਰਿੰਦਾ ਦੇ ਨਾਲ ਸਾਡੀ ਗੱਲਬਾਤ ਹੋਈ, ਉਹਨੇ ਸਾਨੂੰ ਠੰਡੇ ਕਰ ਦਿੱਤਾ ਸੀ, ਕੋਈ ਨਹੀਂ ਜਾਣ ਦਿਓ ਇਹਨੂੰ। ਅਸੀਂ ਕਿਹਾ ਕੋਈ ਗੱਲ ਨਹੀਂ ਯਾਰ, ਇਹ ਵੀ ਗਾਉਣ ਵਾਲਾ ਗਾਈ ਜਾਵੇ। ਕਹਿੰਦੇ ਪਰ ਜਦੋਂ ਵਿੱਕੀ ਮੀਡੂ ਖਿੜ ਦਾ ਕਤਲ ਹੋ ਗਿਆ ਫਿਰ ਅਸੀਂ ਰਿੰਦੇ ਨੂੰ ਵੀ ਭੁੱਲ ਗਏ ਕਿ ਹੁਣ ਨਹੀਂ, ਹੁਣ ਇਹਨੇ ਸਾਡੀ ਇੱਜ਼ਤ ਨੂੰ ਹੱਥ ਪਾ ਲਿਆ, ਹੁਣ ਸਾਡੀ ਮੁੱਛ ਦਾ ਸਵਾਲ ਬਣ ਗਿਆ। ਉਹਦੇ ਤੋਂ ਬਾਅਦ ਅਸੀਂ ਅਗਸਤ 2021 ਤੋਂ ਬਸ ਮੌਕੇ ਦੀ ਤਾਕ ਵਿੱਚ ਸੀ